ਧੰਨ ਵਾਹਿਗੁਰੂ ਜੀ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੇ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ। मैं मूर्ख की केतक बात है। कोट पराधी तरियारे। गुरु नानक जिन सुनिया पेखिया, से फिर गर्भास न भरिया रे। सतनाम धन वाहिगुरू जी। जाके निगम दूध के ठाटा, समुंद बिलोवन को माटा। ताकि हो बिलोवन हारी, क्यों मिटे गो छाछ तुहारी। चेरी तू राम न करस पतारा, जग जीवन प्राण आधारा। रहाऊ तेरे गले तोक पग बेरी, तू कर कर रमैया फेरी। तू अजो न चेतस चेरी, तू जम बपरी है हेरी। प्रभ करन करावन हारी, क्या चेरी हाथ विचारी। सोई सोई जागी, जित लाई तित लागी। चेरी तै सुमत कहाँ ते पाई, जाते भ्रम की लीक मिटाई। सो रस कवि रह जानिया, मेरो गुर प्रसाद मन मानिया। चेरी तै सुमत कहाँ ते पाई, जाते भ्रम की लीक मिटाई। सो रस कवि रह जानिया, मेरो गुर प्रसाद मन मानिया। वाहिगुरू जी का खालसा, वाहिगुरू जी की फतेह। परम सन्मानयोग जुगों जुग अटल सरवरे कायनात दे मालक भगत वत्सल कृपा निधान जगत गुरु धन धन श्री गुरु ग्रंथ साहब महाराज जी की पावन पाक हजूरी विच सवाईमान होए बैठे सतसंगी जनों, सतगुरां ने तरस कीता है संध्या वेले संगती रूप दे विच उस प्रभु परमात्मा दे
ਗੁਣ ਗਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬੜੇ ਪ੍ਰੇਮ ਨਾਲ ਸੰਗਤਾਂ ਪਾਸੋਂ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮਾਂ ਲਈ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ। ਅਸਥਾਨ 'ਤੇ ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਜੋ ਭਗਤਾਂ ਨੇ ਮਾਨਵਤਾ ਨੂੰ ਆਪਣਾ ਉਪਦੇਸ਼, ਆਪਣਾ ਮੈਸੇਜ ਦਿੱਤਾ ਹੈ, ਅਸੀਂ ਉਸ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ। ਅੱਜ ਸੋਰਠ ਰਾਗ ਦਾ ਪੰਜਵਾਂ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਪਾਵਨ ਅੰਕ 655 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਆਓ ਜੋ ਭਗਤ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਆਪਣਾ ਉਪਦੇਸ਼ ਸਾਨੂੰ ਦ੍ਰਿੜ ਕਰਾਇਆ ਹੈ। ਉਪਦੇਸ਼ ਦਾ ਤੱਤ ਇਹ ਹੈ, ਸਿਮਰਨ ਤੋਂ ਬਿਨਾਂ ਮਨੁੱਖ ਮਾਇਆ ਦੇ ਮੋਹ ਵਿੱਚ ਜਕੜਿਆ ਰਹਿੰਦਾ ਹੈ। ਜਿਸ ਉੱਤੇ ਪ੍ਰਭੂ ਮਿਹਰ ਕਰਦਾ ਹੈ, ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੇ ਨਾਮ ਦਾ ਰਸ ਮਾਣਦਾ ਹੈ ਅਤੇ ਆਪਣੇ ਜਨਮ ਮਰਨ ਦੇ ਗੇੜ ਤੋਂ ਆਪਣੇ ਆਪ ਨੂੰ ਬਚਾਉਂਦਾ ਹੈ। ਆਓ ਆਪਾਂ ਵੀ ਉਸ ਮਾਲਕ ਦੀ ਸਿਫਤ ਕਰੀਏ, ਉਸ ਦੇ ਸਿਮਰਨ ਨਾਲ ਜੁੜੀਏ, ਕਿਉਂਕਿ ਕਥਾ ਵੀ ਇੱਕ ਸਿਮਰਨ ਹੈ। ਜੇ ਸਾਨੂੰ ਕਥਾ ਦੇ ਰਾਹੀਂ ਪ੍ਰਭੂ ਦਾ ਗਿਆਨ ਪ੍ਰਾਪਤ ਹੋ ਜਾਏ, ਵਾਹਿਗੁਰੂ ਜੀ ਦੀ ਸੋਝੀ ਪ੍ਰਾਪਤ ਹੋ ਜਾਏ, ਉਸ ਦੀ ਯਾਦ ਸਾਡੇ ਹਿਰਦੇ 'ਚ ਵਸ ਜਾਏ। ਸੋ ਅੱਜ ਦੇ ਬਚਨ ਸਾਂਝੇ ਕਰਨ ਤੋਂ ਪਹਿਲਾਂ ਅਸੀਸਾਂ ਬਖਸ਼ੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕਾਓ ਸੀਸ, ਪਿਆਰ ਨਾਲ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਸਾਹਿਬ ਜੀ ਇਸ ਜਿੰਦ ਨੂੰ ਸੰਬੋਧਨ ਕਰ ਰਹੇ ਹਨ, ਜੋ ਸਾਡੇ ਸਰੀਰ ਦੀ ਸੱਤਾ ਹੈ, ਜੋ ਪ੍ਰਭੂ ਦਾ ਅੰਸ਼ ਹੈ। ਆਖਣ ਲੱਗੇ ਚੇਰੀ ਤੂੰ ਰਾਮ ਨਾ ਕਰਸ ਬਤਾਰਾ। ਚੇਰੀ ਦਾ ਅਰਥ ਹੁੰਦਾ ਵੈਸੇ ਚੇਲੀ, ਚੇਰੀ ਦਾ ਅਰਥ ਹੁੰਦਾ ਦਾਸੀ, ਚੇਰੀ ਦਾ ਅਰਥ ਹੁੰਦਾ ਜੀਵ ਰੂਪੀ ਇਸਤਰੀ। ਭਗਤ ਜੀ ਆਖਣ ਲੱਗੇ ਚੇਰੀ ਸੰਬੋਧਨ ਕਰਕੇ, ਹੇ ਜੀਵ ਆਤਮੇ, ਹੇ ਪ੍ਰਭੂ ਦੀ ਚੇਲੀ, ਹੇ ਪ੍ਰਭੂ ਦੀ ਦਾਸੀ, ਤੂੰ ਰਾਮ ਨਾ ਕਰਸ ਬਤਾਰਾ। ਤੂੰ ਉਸ ਪਰਮਾਤਮਾ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ। ਕਰਸ ਦਾ ਅਰਥ ਹੈ ਕਰਦੀ ਹੈ, ਪਤਾਰਾ ਦਾ ਅਰਥ ਹੈ ਖਸਮ, ਪਤੀ। ਰਾਮ ਦਾ ਅਰਥ ਹੈ ਜਿਹੜਾ ਰਮਿਆ ਹੋਇਆ, ਜਿਹੜੀਆਂ ਸਾਰੀਆਂ ਥਾਵਾਂ 'ਤੇ ਜਰਰੇ ਜਰਰੇ ਵਿੱਚ ਹਰ ਥਾਂ 'ਤੇ ਹਾਜ਼ਰ ਨਾਜ਼ਰ ਹੈ। ਭਗਤ ਕਬੀਰ ਸਾਹਿਬ ਜੀ ਇਸ ਜਿੰਦ ਨੂੰ ਸੰਬੋਧਨ ਕਰ ਰਹੇ ਹਨ, ਕਿਉਂਕਿ ਅਸਲ ਵਿੱਚ ਇਸ ਜਿੰਦ ਦਾ ਜੋ ਖਸਮ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਜਿਹੜਾ ਪੁਰਖ ਹੈ, ਪਤੀ ਹੈ, ਇੱਕੋ ਅਕਾਲ ਪੁਰਖ ਵਾਹਿਗੁਰੂ ਹੈ, ਹੋਰ ਸਾਰੀਆਂ ਉਸ ਦੀਆਂ ਇਸਤਰੀਆਂ ਹੀ ਨੇ। ਅਸੀਂ ਸਾਰੀਆਂ ਪਰਮਾਤਮਾ ਦੀਆਂ ਇਸਤਰੀਆਂ। ਸਾਡਾ ਸਭਨਾਂ ਦਾ ਖਸਮ ਉਹ ਅਕਾਲ ਪੁਰਖ ਵਾਹਿਗੁਰੂ ਹੈ। ਪਰ ਜਿੰਦ ਨੂੰ ਇੱਕ ਗੱਲ ਕਹਿ ਰਹੇ ਨੇ, ਤੂੰ ਉਸ ਪ੍ਰਭੂ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ।
ਹੈ ਤਾਂ ਹੈ ਪਰਮਾਤਮਾ ਖਸਮ, ਪਰ ਤੂੰ ਉਸਨੂੰ ਖਸਮ ਬਣਾਉਂਦੀ ਨਹੀਂ, ਉਸਦੇ ਨਾਲ ਸੰਬੰਧ ਰੱਖਦੀ ਨਹੀਂ। ਤੇ ਫਿਰ ਕਹਿਣ ਲੱਗੇ, ਕਹਿੰਦੇ ਜਗ ਜੀਵਨ ਪ੍ਰਾਣ ਆਧਾਰਾ ਰਹਾਓ। ਆਖਣ ਲੱਗੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਜੋ ਜਗਤ ਦਾ ਜੀਵਨ ਹੈ, ਸਭਨਾਂ ਦੇ ਪ੍ਰਾਣਾਂ ਦਾ ਆਸਰਾ ਹੈ, ਤੂੰ ਉਸ ਨੂੰ ਆਪਣਾ ਖਸਮ, ਆਪਣਾ ਪਤੀ ਬਣਾ। ਉਸ ਨੂੰ ਤੂੰ ਪਰ ਬਣਾ ਨਹੀਂ ਰਹੀ ਹੈ, ਜੋ ਤੇਰੇ ਜੀਵਨ ਦਾ ਆਧਾਰ ਹੈ, ਸਾਰੇ ਸੰਸਾਰ ਦਾ ਆਧਾਰ ਹੈ। ਸਾਡੇ ਅੰਦਰ ਜੀਵਨ ਸੱਤਾ ਜੋ ਚੱਲ ਰਹੀ ਹੈ, ਸਾਡੀ ਜਿਹੜੀ ਰੂਹ ਚੱਲ ਰਹੀ ਹੈ, ਉਸ ਖਸਮ ਕਰਕੇ ਹੈ। ਸਾਡਾ ਜਿਹੜਾ ਸੰਸਾਰ ਦੇ ਵਿੱਚ ਰਹਿਣਾ ਉਸ ਖਸਮ ਕਰਕੇ ਹੈ, ਜਿਹੜਾ ਕਿ ਜਗਤ ਦੇ ਵਿੱਚ ਜੀਵਨ ਦੇਣ ਵਾਲਾ, ਸਭ ਦੇ ਪ੍ਰਾਣਾਂ ਦਾ ਆਸਰਾ, ਸਵਾਸਾਂ ਦਾ ਆਸਰਾ। ਸਗੋਂ ਸਾਨੂੰ ਤਾਂ ਇੱਕ ਇੱਕ ਸਵਾਸ ਦੇ ਨਾਲ ਉਸ ਦਾ ਸਿਮਰਨ ਕਰਨਾ ਚਾਹੀਦਾ, ਕਿਉਂਕਿ ਸਾਡਾ ਜੀਵਨ ਉਸ ਦੇ ਤਰਸ ਦੇ ਉੱਤੇ ਹੈ। ਜਦੋਂ ਤੱਕ ਮਾਲਕ ਪ੍ਰਭੂ ਦਾ, ਉਸ ਖਸਮ ਦਾ ਤਰਸ ਹੈ, ਅਸੀਂ ਇਹ ਮਨੁੱਖਾ ਜੀਵਨ ਵਿੱਚ ਜੀ ਰਹੇ ਹਾਂ, ਜਿਸ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ, ਸਾਡਾ ਇਹ ਸਰੀਰ ਬਣਾਇਆ। ਦੇਖੋ ਨਾ, ਪਰਮਾਤਮਾ ਨੇ ਕਿਤਨੀ ਕਿਰਪਾ ਕੀਤੀ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 द्वारा, देह आहार अगन में राखै ऐसा खसम हमारा। ਇਹੋ ਜਿਹਾ ਖਸਮ ਹੈ ਸਾਡਾ ਅਕਾਲ ਪੁਰਖ ਵਾਹਿਗੁਰੂ, ਜਿਹੜਾ ਸਾਨੂੰ ਆਹਾਰ ਦੇ ਕੇ ਰੱਖਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇਹੋ ਜਿਹਾ ਹੈ। ਮਾਤਾ ਦੇ ਗਰਭ ਵਿੱਚ ਜਿਸਨੇ ਪ੍ਰਤਪਾਲਨਾ ਕੀਤੀ, ਮਾਤਾ ਦੇ ਢਿੱਡ ਦੇ ਵਿੱਚ ਪਾਣੀ ਦੇ ਉੱਤੇ ਸਾਡੀ ਤਸਵੀਰ ਬਣਾ ਦਿੱਤੀ, 10 ਦੁਆਰਾਂ ਦਾ ਇਹ ਸਰੀਰ ਬਣਾ ਦਿੱਤਾ। ਫਿਰ ਇਸ ਨੂੰ ਮਾਤਾ ਦੇ ਗਰਭ ਵਿੱਚ ਹੀ ਆਹਾਰ ਦੇ ਕੇ ਇਸ ਨੂੰ ਪਾਲਿਆ, ਇਸ ਦੀ ਹੋਂਦ ਕਾਇਮ ਕੀਤੀ, ਇਸ ਨੂੰ ਸਵਾਸਾਂ ਦੀ ਥੰਮੀ ਦੇ ਕੇ ਸੰਸਾਰ ਦੇ ਵਿੱਚ ਭੇਜਿਆ। ਉਸ ਅਕਾਲ ਪੁਰਖ ਨੂੰ ਆਪਣਾ ਖਸਮ ਬਣਾ। ਹੁਣ ਇੱਕ ਸਵਾਲ ਖੜਾ ਹੁੰਦਾ ਹੈ ਕਿ ਉਸ ਰੱਬ ਜੀ ਨੂੰ ਅਸੀਂ ਆਪਣਾ ਖਸਮ ਕਿਵੇਂ ਬਣਾ ਸਕਦੇ ਹਾਂ। ਜਿਵੇਂ ਆਪਾਂ ਦੁਨਿਆਵੀ ਤੌਰ ਤੋਂ ਵੇਖਦੇ ਹਾਂ ਕਿ ਜਦੋਂ ਘਰ ਦੇ ਅੰਦਰ ਸਾਡੀ ਬੱਚੀ ਜਵਾਨ ਹੋ ਜਾਂਦੀ ਹੈ ਤੇ ਅਸੀਂ ਇੱਕ ਵਿਚੋਲਾ ਲੱਭਦੇ ਹਾਂ ਕਿ ਕੋਈ ਰਿਸ਼ਤਾ ਦੱਸੇ, ਕੋਈ ਵਿਚੋਲਗਿਰੀ ਕਰੇ। ਵਿਚੋਲੇ ਦਾ ਅਰਥ ਇਹੀ ਹੁੰਦਾ ਹੈ ਕਿ ਜਿਸ ਥਾਂ 'ਤੇ ਅਸੀਂ ਰਿਸ਼ਤਾ ਜੋੜਨਾ ਹੈ, ਉਸ ਥਾਂ ਦੀ ਜਾਣਕਾਰੀ ਦੇਵੇ ਸਾਨੂੰ, ਔਰ ਸਾਡੀ ਜਾਣਕਾਰੀ ਉਹਨਾਂ ਨੂੰ ਦੇਵੇ ਜਿਨ੍ਹਾਂ ਨਾਲ ਰਿਸ਼ਤਾ ਬਣਨਾ। ਉਹ ਵਿਚੋਲੇ ਤੋਂ ਬਿਨਾਂ ਖੇਡ ਬਣਨੀ ਨਹੀਂ, ਤੇ ਉਹ ਵਿਚੋਲਾ ਹੈ ਸਤਿਗੁਰੂ। ਇਸ ਕਰਕੇ ਬਾਣੀ ਨੇ ਸਾਨੂੰ ਇਹ ਵੀ ਸਮਝਾਇਆ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਟ। ਉਹ ਵਿਛੜਿਆਂ ਨੂੰ ਮਿਲਾਉਣ ਵਾਲਾ ਹੈ, ਅਤੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਦੋਂ ਆਪਾਂ ਧਿਆਨ ਵਿੱਚ ਬੈਠਾਂਗੇ, ਉਹਦੀ ਯਾਦ ਵਿੱਚ ਬੈਠਾਂਗੇ, ਯਾਦ ਕਰਨ ਤੋਂ ਬਾਅਦ ਵੀ ਸਾਨੂੰ ਉਹ ਯਾਦ ਨਹੀਂ ਆਉਂਦਾ, ਸਮਝ ਲੈਣਾ ਕਿ ਅਸੀਂ ਰੱਬ ਜੀ ਨਾਲੋਂ ਵਿਛੜੇ ਹੋਏ ਹਾਂ। ਇਹ ਗੁਰੂ ਹੀ ਸਾਨੂੰ ਦੱਸ ਸਕਦਾ ਹੈ। ਕਹਿੰਦੇ ਕਿਰਤ ਕਰਮ ਕੇ ਵਿਛੜੇ, ਤੁਸੀਂ ਕੀਤੇ ਹੋਏ ਕਰਮਾਂ ਕਰਕੇ ਮਾਲਕ ਨਾਲੋਂ ਵਿਛੜੇ ਹੋਏ ਹੋ। ਪਰਮੇਸ਼ਰ ਨਾਲ ਤੁਹਾਡਾ ਸੰਬੰਧ ਨਹੀਂ ਬਣ ਰਿਹਾ। ਇਸ ਕਰਕੇ ਅਸੀਂ ਹਰ ਵੇਲੇ ਇੱਕ ਅਰਦਾਸ ਕਰਨੀ ਹੈ ਕਿ ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਆਪਣੇ ਨਾਲ ਮਿਲਾਵੋ। ਹੁਣ ਰੱਬ ਕੀ ਕਰਦਾ ਹੈ, ਜਦੋਂ ਅਸੀਂ ਵਾਰ-ਵਾਰ ਅਰਦਾਸ, ਬੇਨਤੀ, ਅਰਜ਼ੋਈ, ਤਰਲਾ ਲੈਂਦੇ ਰਹਿੰਦੇ ਹਾਂ, ਮਨੋਂ ਹੀ ਮਨ ਅਰਦਾਸ ਕਰਦੇ ਰਹਿੰਦੇ ਹਾਂ, ਤਾਂ ਇੱਕ ਕਿਰਪਾ ਬਣਦੀ ਹੈ ਜਿਸ ਦੇ ਨਾਲ ਸਾਡਾ ਮਿਲਾਪ ਉਸ ਪ੍ਰਭੂ ਦੇ ਨਾਲ ਹੁੰਦਾ ਹੈ। ਉਹ ਕੀ ਹੈ? ਆਕਣ ਲਗੇ ਜਾ ਕੇ ਨਿਗਮ ਦੂਧ ਕੇ ਠਾਟਾ। ਕਬੀਰ ਸਾਹਿਬ ਜੀ ਇੱਕ ਗੱਲ ਸਾਨੂੰ ਇੱਥੇ ਸਮਝਾਉਣ ਲੱਗੇ। ਇਸ ਸ਼ਬਦ ਦੇ ਰਾਹੀਂ ਜੋ ਸਾਨੂੰ ਗਿਆਨ ਦੇ ਰਹੇ ਹਨ, ਸਾਨੂੰ ਸਮਝਾ ਰਹੇ ਹਨ। ਨਿਗਮ ਦਾ ਅਰਥ ਹੁੰਦਾ ਹੈ ਵੇਦ ਆਦਿਕ ਧਾਰਮਿਕ ਪੁਸਤਕਾਂ, ਧਰਮ ਗ੍ਰੰਥ।
दूध का ठाता दुध दे थन, दुध दा सोमा अमृत दा सोमा। कहते जाके निगम दूध के ठाटा, आखन लगे हे जिंद तू उस प्रभु दे नाम विच चित जोड़। वेद आदिक धार्मिक उस्ताद जिसके नाम अमृत नूं दुध दा सोमा दसदे हन। ये परमात्मा दा नाम जिहड़ा है वो दुध दा सोमा है। उत्थों सानू जीवन जाच प्राप्त होंदी है। उसदे नाम दे विचों सानू जीवन संस्कार मिलते हैं, जीवन जीवन की जुगत मिलती है। सानू संसार विच रहना आउंदा भी संसार च असीं रहना किदां। नाम अमृत असल विच दुध दा सोमा है। ते दसदा कौन इस बारे? धार्मिक पुस्तकां, निगम, वेद शास्त्र, गुरबाणी। जाके निगम दूध के ठाटा, हे जिंदे तू उस प्रभु दे नाम विच चित जोड़। वेद आदिक धर्म ग्रंथ, धार्मिक पुस्तकां उसदे नाम अमृत नूं दुध दा सोमा दसदियां हन। ते समुंद विलोवन को माटा, कोई शक नहीं है परमात्मा का नाम अमृत दुध का सोमा है। पर जे दुध नूं रिड़कना होवे ते रिड़कन वास्ते चाटी चाहिदी है। चाटी तो बिना दुध रिड़किया नहीं जा सकता। ते चाटी की है? जे परमात्मा का नाम अमृत दुध का सोमा है ते चाटी है सतसंगत। समुंद बिलोवन को माटा, सतसंगत उस दुध दे रिड़कन लई चाटी है। एक मैं बेनती कई बारी करदा, सतसंगत विच आना तां जरूरी है कि जिन्ना चिर दुध चाटी विच नहीं पैंदा वो रिड़किया नहीं जांदा। रिड़कन वास्ते उसनूं भांडा चाहिदा है, टिकण वास्ते, क्योंकि रिड़कन वास्ते टिकाव चाहिदा है। नहीं तो जो जे साडे कोल भांडा नहीं होया, खुले दे विच असीं मदानी पा के, कोई खुला भांडा होवे जिसदा मूँह नेड़ा ना होवे ते उस दे विच मदानी पाईए ते हो सकदा है कि वो भांडे विचों सारा दुध बाहर निकल जाए ते मक्खन की प्राप्ति ना होवे। असी चाटी नेड़े मुख का भांडा इस करके लैंदे हाँ ताकि असी मधानी पाईए तो अंदर जिहड़ा तत्त है वो बाहर ना चला जाए। क्योंकि हर का विलोभ ना विलोभ मेरे भाई, सहज विलोभो जैसे तत्त ना जाई। मन कर मटकी तन माहे बिलोई। अपने तंदे च बुलाना इनू, मन नूं मटकी बना के। ते जदों नाम अमृत दुध दा सोमा है तो इस सोमे नूं रिड़कन वास्ते गुरु साहब ने सानू सतसंगत दिती है। सतसंगत चाटी है जिसदे विच ये नाम रूपी अमृत नूं रिड़किया जांदा। हुण आपां रिड़क रहे सारे बैठ के इत्थे, नाम अमृत दीयां गल्लां चल रहीआं हन। जिवें आपां दुध नूं रिड़कदे ना, उसदे विचों दो चीज़ां प्राप्त होंदियां, पता तुहानूं? एक मक्खन की प्राप्ति होंदी है, दूजी लस्सी भी मिलती है। सतसंगत विचों दो चीज़ों की प्राप्ति होंदी है। इत्थे नाम की प्राप्ति भी होंदी है, इत्थे दुनियावी पदार्थों की प्राप्ति भी होंदी है। जदों आपां सतसंगत विच आउंदे, गुरु के चरनां च आके बहने आ, छाज भी मिल जाती नाल नाल। मक्खन तो मिलता ही है, तत्त की प्राप्ति तो होंदी होंदी है, ਇਹਦੇ ਵਿੱਚ कोई दो राय नहीं। सत्संगत इस करके अत लाजमी है गुरसिखो, क्योंकि बाकी बड़े साधन ने रिड़कन दे, होर बड़े साधनों तो रिड़किया जा सकता है। क्योंकि अजोका समा जो असीं देखते हैं कि लोग घरां विच बह के कहते असीं गुरुद्वारे इस करके नहीं आते कि सत्संगत टीवी दी कर लैंदे आ, मोबाइल नाल कर लैंदे आ। असीं जो दरबार साहब का प्रसारण वेख लैंदे आ, कोई कहता मैं बंगला साहब का देखदा, कोई कहता मैं नानक सर का देखदा, कोई कहता मैं उस पासे लग्या होया। हर एक बंदा अपने अपने पासे लग्या होया। एक मैं बेनती करा,
भावें कोई इत्थों भी प्रोग्राम भावें लाइव जाता है, पर यह लाइव करन दा मकसद उन्हां प्राणियां लई है जिहड़े इत्थे नहीं आ सकते, बीमार ने, बुजुर्ग हो गए ने, पौड़ियां नहीं उतर सकते घर दियां, कोई परेशानी है, किसी का टाइम जिहड़ा सत्संगत नाल मैच नहीं कर रहा, कोई ऐसी नौकरी करता है कि वो इस वेले नहीं आ सकता, कोई दुकान ते बैठा होया है, वो दुकान छड्ड के नहीं आ सकता। पर लाइव का अर्थ जां धार्मिक स्थान ते मल्टीमीडिया के राहीं ये प्रोग्राम देख लैने, जानकारी मिल सकती है, पर माफ़ करना सतसंगत तो बिना साड़ी सुरत अगला पैंडा तय नहीं कर सकती। सतसंगत विच आना इस करके है कि जे असी चाहुंदे साडी सुरत वाहिगुरू दे घर वल अगे वधे तो सतसंगत विचों शुरुआत होवेगी। सतसंगत विच आए बिना ये सुरत अगे नहीं वध सकती। सुरत नूं जानकारी मिल सकती है घर बैठे तुहानूं लाइव प्रोग्रामां तो, क्योंकि उत्थे तो तुसीं दूजा भी काम कर रहे हो, उत्थे बैठे तुहानूं जानकारी मिल सकती है, बेशक तुहानूं बड़ा ज्ञान हो सकता है, पर सुरत नूं अगे तोरन वास्ते सत्संगत रूपी चाटी चाहिए जिथे नाम नूं रिड़क के और ये सुरत अगे वध सके। बिना दुध नूं रिड़किया मक्खन की प्राप्ति नहीं हुंदी, तत्त प्राप्त नहीं हुंदा। इस करके सतसंगत विच आना गुरसिखो तां लाजमी है कि साडी सुरत अगे तुर पवे। माफ़ करना जे पूरी जिंदगी धर्म ग्रंथ पाठ सुनते रहे पर सुरत अगे तुरी नहीं, और साडा हाल माफ़ करना इदां ही है कि 4 कदम असी अगे बढ़ते हाँ, 4 कदम फिर पिछे चले जाते हैं। कोई सानू पुछे की प्राप्ति हुई थानू हो गए 50 साल गुरुद्वारे आउंदियां, बंदा कहता कुछ भी नहीं मिलिया। क्यों? एक बंदा जे 4 कदम अगे तुरे, 4 कदम फिर पिछे चला जाए, अगे तुरे फिर पिछे चला जाए, वो किते भी नहीं जाता, उत्थे ही रहिंदा है। 4 कदम अगे चला जाता है, 4 कदम पिछे चला जाता है, पर वो किते एक पासे अगे वध नहीं सकता, उत्थे ही घूम रहा, क्योंकि 4 कदम अगे रख लेने फिर पिछे चला गया, फिर 4 कदम अगे रखे फिर पिछे चला गया। ये तो हालत ऐसी है जिवें किसी बंदे ने पानी की प्राप्ति वास्ते किसी नूं तरीका पूछया, उसने कह दिता खूह पुटो पानी की प्राप्ति हो जाती है। उस बंदे ने खुले मैदान में जाके पानी की प्राप्ति वास्ते खूह पुटिया, 3-4 फिट खूह पुट लिया, पानी नहीं मिलिया, छड़ दिता। इस थां पानी नहीं है, दूजी थां पुटना शुरू कर दिता, दूजी थां 5 फिट पुटिया तो फिर छड़ दिता भी इत्थे भी पानी नहीं है। तीजी थां ते 7 फुट पुटिया, उत्थे कहा भी इत्थे भी पानी नहीं। उसने सैकड़े थां ते मिट्टी पुट लई पर उसनूं पानी नहीं मिलिया। उस बंदे नूं कहंदा है तूं कहंदा सी भी खूह पुटो पानी है धरती विच प्राप्त हो जाएगा, मैं तो 100 खूह पुट ले पानी प्राप्त नहीं होया, तूं गलत दस्या सी। उन्हें पूछा भी तूं कीता की है? कहना जी पहला मैं 3 फुट खूह पुटिया, पानी हथ नहीं लग्या तो मैं छड़ दिता, फिर कहना मैं दूजी थां ते पुटिया भी शायद इत्थे नहीं पानी, इत्थे हो सकता, कहने मैं उत्थे 5 फिट पुट लिया, कहने फिर कहने उत्थे भी पानी नहीं मिलिया। फिर की किया? कहने मैं तीजी थां ते फिर पुटिया 7 फुट, उत्थे भी नहीं मिलिया। इस तरह मैं सैकड़े खूह पुट लाए, मैं बड़ी मेहनत की पर मैनू पानी नहीं प्राप्त होया। उस सियाणे ने आख्या बस कमी एक रह गई, ये कहना भुल गया सी खूह इक्को ही पुट्टी, उच्चारण करो सतनाम। इक्को ही खूह पुट्टिया हुंदा ते हुण तक तैनूं पानी की प्राप्ति हो जाती। साडी हालत पता की हुंदी है, असी कई बेड़ियां दे असवार बन जाते हाँ। 2 बेड़ियां विच पैर रखण वाला कदी नदी पार नहीं कर पाता, वो डुबदा ही डुबदा है। जिहड़ा कई खूह पुट रहा उन्होंने पानी हथ नहीं लगता, उन्होंने एक थां ते मेहनत करनी, मेहनत तक की है, पर असी रोज़ अपने रस्ते बदल रहे हाँ,
रोज़ अपने दिल दिमाग ਨੂੰ कभी किसी पासे कभी किसी पासे ला रहे हाँ। साढ़े जीवन विचों उस तत्त की प्राप्ति नहीं हो रही, साड़ी सुरत अगे नहीं चल रही, क्योंकि साड़ी हालत है, क्योंकि असी 4 कदम अगे 4 कदम पिछे। जे 4 कदम पिछे ना जाके 4 कदम पहला दिन पुढ़ते 4 अगले दिन पुढ़ते तो 8 कदम हो जाने सन, पर वो असी कीता नहीं। जिहड़ा रूहानी जीवन है, जिहड़ी धर्म की गल है, जिहड़ी गुरबाणी समझाती है, वो सतसंगत विच आके की हुंदा है कि सतसंगत रूपी इस चाटी विचों सानू रिड़कन की समझ आ जाती, नाम नूं ध्यान की समझ आ जाती, नाम नूं अभ्यास करन की समझ आ जाती है। इस करके सतगुरु ने कहा भी सतसंगत कैसी जानी है जिथे एको नाम वखाणी है। सतसंगत है ही वो जिथे एक परमात्मा का नाम वख्यान किया जाता है, जिथे नाम की गल चलती है वाहिगुरू जी दे। इत्थे आके नाम बारे समझना सी, नाम बारे जानना सी, और एकागर होके सतसंगत विच असी अपने सुरत नूं अगे वधाना सी। फिर अगले वचन कीते, कहंदे ने ताकी हो बिलो बनहारी। भगत कबीर साहब कहन लगे, हे जिंदे तू उस परमात्मा दे नाम दी रिड़कन वाली बन। इसदा अर्थ है कि असी परमात्मा दे नाम दीयां गल्लां तां करदे हाँ, पर परमात्मा दे नाम नूं रिड़कन वाले नहीं बनते। सानू रिड़कन दी जाच सीखनी है, असी रिड़कन वाला बनना है, असी रिड़कन वास्ते तैयार होना है। पहली गल तो असी जो सत्संगत विच आउण नूं तैयार नहीं, दूजी गल सानू इत्थे आके करना कि यही समझ नहीं, फिर असी जो काम करना उसनूं करन वास्ते तैयार नहीं, असी रिड़कन वास्ते तैयार ही नहीं हाँ। असी तो सोचते अखंड पाठ कोई होर कर देवे, सहज पाठ कोई होर कर देवे, सत्संगत विच अरदास कोई होर कर देवे, साडी गल बन जाए। असी तो किते होर पासे जुड़े हुए हैं। असी सारा सिस्टम बाहर का रखा होया, आप कुछ ना करना पवे, सब कीता कराया प्राप्त हो जाए। ठीक है, असी गुरु घरां विच जांदे हाँ, गुरु के प्यारे बैठे ने, असी यतन करते हाँ कि चलो उन्हां तो अरदास कराइए, बेनती कराइए, पर एक गल याद रखना, अपनी सुरत नूं बिलोवन वाले पासे लाना है, रिड़कन वाले पासे लाना है, रिड़कन वाली बनाना है। सुरत साडी रिड़क नहीं रही धर्म करम नूं, जीवन जाच नूं। असी जो सब कुछ कमाया प्राप्त करना चाहते भी कमाओ, तुसी बल्ले विच कुछ पैसे ले लो तो सानू ये चीज़ दे दिओ। असी धर्म नूं भी इदां समझिया होया, असी रिड़कन वाले नहीं बन रहे। जिन्ना चिर अपनी सुरत आप रिड़कन वाली नहीं बनेगी, उस नाम की अभ्यासी नहीं बनेगी, उन्ना चिर नाम की कोई सोझी नहीं आनी। तो भगत कबीर साहब कहते जे तेरी जिंद नाम नूं रिड़कन वाली बन जाए तो कहने लगे क्यों मेटे को छाज तुहारी। हे जिंदे जे तू हरि परमात्मा दा नाम सिमरन वाली बन गई ना, ठीक है, तू नाम सिमरन करे तो जरूरी नहीं भी जेडे नाम सिमरन करते हैं सारिਆਂ ਦਾ मिलाप हो जाता है, ये जरूरी नहीं है। ਜਿਹੜੇ नाम सिमरन करते हैं, बाणी पढ़ते हैं, सत्संगत विच आउंदे ने, जरूरी नहीं भी सारिਆਂ ਦਾ ही मिलाप हो जाए, पर गुरबाणी करी तू जप, पर एक चीज़ तो प्राप्त हो जाएगी ना। कबीर साहब कहते हैं जे तैनू हर मिलाप नसीब ना होया तां भी उस प्रभु की सत्संगत विच बैठ के धर्म पुस्तकां दे विचारन दे नाल तेरा साधारण आनंद तो मिटाया नहीं जा सकेगा ना। कुछ समय लिए तो आनंद जरूर प्राप्त होएगा ना, इत्थे बैठे तुसीं आनंद तो मिल रहा, ये साधारण आनंद तो नहीं मिटाया जा सकता, भावें कुछ सिन वास्ते है। इत्थे बैठे हैं, इत्थे तक ये पौड़ियाँ उतरांगे तो कोई आनंद ये रहना नहीं साडे पल्ले, पर इन्ना चिर दा ते है ना, ये तो मिटाया नहीं जा सकता। भगत कबीर साहब कहते जिन्ना चीज़ असीं सत्संगत विच बैठ के गुरु की गल कर रहे हाँ, इस आनंद नूं कोई नहीं मिटा सकता।
ਉਹਨਾਂ ਚੀਜ਼ ਦਾ ਆਨੰਦ ਤਾਂ ਪ੍ਰਾਪਤ ਹੋਏਗਾ ਨਾ ਜਦੋਂ ਤੂੰ ਧਾਰਮਿਕ ਪੁਸਤਕਾਂ ਨੂੰ ਵਿਚਾਰੇਂਗਾ, ਸਤਸੰਗਤ ਕਰੇਂਗਾ, ਗੁਰੂ ਦੇ ਚਰਨਾਂ ਕੋਲ ਬੈਠੇਂਗਾ, ਤਾਂ ਉਹਨਾਂ ਚਿਰ ਜੋ ਆਨੰਦ ਹੋਏਗਾ ਉਹ ਤੇ ਨਹੀਂ ਮਿਟਾਇਆ ਜਾ ਸਕਦਾ। ਹੋ ਸਕਦਾ ਨਾ ਤੈਨੂੰ ਪਰਮਾਤਮਾ ਦਾ ਮਿਲਾਪ ਹਾਸਲ ਹੋਵੇ, ਸਾਰਿਆਂ ਨੂੰ ਨਹੀਂ ਹੁੰਦਾ। ਸਤਸੰਗਤ ਕਰਨ ਵਾਲੇ ਸਾਰੇ ਰੱਬ ਨਾਲ ਨਹੀਂ ਮਿਲ ਜਾਂਦੇ। ਪਰ ਤੂੰ ਜੇ ਸਤਸੰਗਤ ਛੱਡ ਹੀ ਗਿਆ ਤੇ ਜਿੰਨਾ ਚਿਰ ਸਤਸੰਗਤ ਵਿੱਚ ਬੈਠਦਾ ਸਾਂ, ਉਹ ਜਿਹੜਾ ਆਨੰਦ ਤੈਨੂੰ ਆਉਂਦਾ ਸੀ ਉਸ ਆਨੰਦ ਤੋਂ ਵੀ ਜਾਂਦਾ ਰਹੇਗਾ। ਜੇ ਮੱਖਣ ਨਹੀਂ ਵੀ ਮਿਲਿਆ ਤੇ ਛਾਜ ਤਾਂ ਪ੍ਰਾਪਤ ਹੋ ਹੀ ਜਾਣੀ ਹੈ ਨਾ। ਨਹੀਂ ਪਰਮਾਤਮਾ ਮਿਲਿਆ ਕੋਈ ਨਹੀਂ, ਜਿਹੜਾ ਆਨੰਦ ਮਿਲਦਾ ਸਾਧਾਰਨ ਆਨੰਦ ਉਹ ਤਾਂ ਪ੍ਰਾਪਤ ਕਰ ਲੈ ਸਤਸੰਗਤ ਵਿੱਚ ਆ ਕੇ। ਉਸ ਤੋਂ ਕਿਉਂ ਵਾਂਝਾ ਰਹਿਣਾ? ਮੈਨੂੰ ਕਈ ਕਹਿੰਦੇ ਆ ਕੇ ਕਿ ਜੀ ਫਲਾਣਾ ਪਾਠ ਕਰਦੇ ਮਨ ਨਹੀਂ ਲੱਗਦਾ, ਉਹ ਪਾਠ ਕਰਦੇ ਮਨ ਨਹੀਂ ਲੱਗਦਾ, ਮਨ ਕਰਦਾ ਪਾਠ ਛੱਡ ਦਈਏ। ਮੈਂ ਕਿਉਂ? ਜਦ ਮਨ ਹੀ ਨਹੀਂ ਲੱਗਦਾ, ਤੁਸੀਂ ਵੀ ਕਹਿੰਦੇ ਹੋ ਜਦੋਂ ਮਨ ਨਹੀਂ ਲੱਗ ਰਿਹਾ ਤਾਂ ਕੀ ਲਾਭ ਹੈ? ਬਾਕੀ ਮੇਰੀ ਅਗਲੀ ਗੱਲ ਸੁਣੀ ਮੈਂ ਕੀ ਕਹਿੰਦਾ ਜਾਂ ਗੁਰਬਾਣੀ ਕੀ ਕਹਿੰਦੀ ਹੈ। ਠੀਕ ਹੈ, ਸਾਡਾ ਮਨ ਸੁਖਮਨੀ ਸਾਹਿਬ 'ਚ ਨਹੀਂ ਲੱਗ ਰਿਹਾ, ਸਾਡਾ ਮਨ ਜਪਜੀ ਸਾਹਿਬ 'ਚ ਨਹੀਂ ਲੱਗ ਰਿਹਾ, ਨਿਤਨੇਮ 'ਚ ਨਹੀਂ ਲੱਗ ਰਿਹਾ, ਪਰ ਮੈਂ ਇੱਕ ਬੇਨਤੀ ਹਮੇਸ਼ਾ ਕਰਦਾ, ਬਾਣੀ ਪੜ੍ਹਨੀ ਨਾ ਛੱਡੋ, ਸਤਸੰਗਤ ਵਿੱਚ ਆਉਣਾ ਨਾ ਛੱਡੋ। ਨਹੀਂ ਮਨ ਲੱਗਦਾ ਕੋਈ ਗੱਲ ਨਹੀਂ, ਅੱਜ ਨਹੀਂ ਕੱਲ੍ਹ ਕਿਤੇ ਤੇ ਕਿਰਪਾ ਹੋਏਗੀ ਨਾ। ਕਹਿੰਦੇ ਫਿਰ ਲਾਭ ਕੀ ਉਸਦਾ? ਕਿਉਂਕਿ ਉਸਦਾ ਇੱਕ ਬਹੁਤ ਵੱਡਾ ਲਾਭ ਹੈ। 1 ਘੰਟਾ ਬੈਠ ਕੇ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਕਿਸੇ ਨਾਲ ਗੱਲਾਂ ਬਾਤਾਂ ਨਹੀਂ ਕਰਦਾ, ਸਤਸੰਗਤ ਦੇ ਵਿੱਚ ਬੈਠ ਕੇ ਨਾ ਕਰੇ, ਘਰ ਵਿੱਚ ਬੈਠ ਕੇ ਕਰਦਾ ਹੈ, ਆਸੇ ਪਾਸੇ ਬੈਠ ਕੇ ਕਰਦਾ ਹੈ, 1 ਘੰਟਾ ਉਹ ਨਿੰਦਾ ਚੁਗਲੀ ਤੋਂ ਬਚ ਗਿਆ। 1 ਘੰਟਾ ਜੇ ਉਹ ਪਾਠ ਨਾ ਕਰਦਾ ਤਾਂ ਉਸ ਸਮੇਂ ਵਿੱਚ ਨਿੰਦਾ ਚੁਗਲੀ ਤਾਂ ਕਰਨੀ ਸੀ। 1 ਘੰਟਾ ਸਾਡਾ ਨਿੰਦਾ ਚੁਗਲੀ ਤੋਂ ਬਚ ਗਿਆ। ਔਰ ਮੈਂ ਬੇਨਤੀ ਕਰਦਾ, 1 ਘੰਟਾ ਨਿੰਦਾ ਚੁਗਲੀ ਤੋਂ ਬਚ ਗਿਆ ਅਤੇ ਉਸਦੇ ਪਿੱਛੇ ਕਈ ਚਿੰਤਾਵਾਂ ਤੋਂ ਅਸੀਂ ਬਚ ਗਏ। ਕਿਉਂ? ਕਿਸੇ ਦੇ ਬਾਰੇ ਕੋਈ ਗੱਲ ਕਰਨੀ ਸੀ, ਕੱਲ੍ਹ ਨੂੰ ਮੁਕਾਬਲੇ ਦੀ ਗੱਲ ਹੋਣੀ ਸੀ, ਮੁਕਾਬਲਾ ਕਰਾਓ ਜੀ ਚੱਲ ਕੇ, ਮੇਰੇ ਬਾਰੇ ਉਸਨੇ ਇਹ ਗੱਲ ਕੀਤੀ ਹੈ। ਤੂੰ ਚਿੰਤਾ ਵਿੱਚ ਦੁਵਿਧਾ ਵਿੱਚ ਫਸ ਜਾਣਾ ਸੀ। ਅਤੇ ਜੇ ਤੂੰ ਬਾਣੀ ਨਾਲ ਜੁੜਿਆ, ਤੂੰ ਪਾਠ ਕੀਤਾ, ਉਸ ਚੀਜ਼ਾਂ ਤੋਂ ਤੂੰ ਬਚ ਗਿਆ। ਨਹੀਂ ਤੈਨੂੰ ਤੇਰਾ ਮਨ ਟਿਕਿਆ ਪੂਰਾ ਘੰਟਾ, ਪਰ 1 ਘੰਟਾ ਨਿੰਦਾ ਚੁਗਲੀ ਮੇਰ ਤੇਰ ਇੱਧਰ ਦੀਆਂ ਗੱਲਾਂ ਉੱਧਰ, ਹੋਰ ਦੂਜੇ ਫੋਨ 'ਤੇ ਲੱਗਣਾ ਸੀ, ਤੂੰ ਹੋਰ ਚੀਜ਼ਾਂ ਵੇਖਣੀਆਂ ਸੀ, ਸਮਾਂ ਬਰਬਾਦ ਕਰਨਾ ਸੀ। ਉਹ 1 ਘੰਟਾ ਤੇਰਾ ਸਮਾਂ ਸਫਲਾ ਹੋ ਗਿਆ। ਸੁਰਤ ਬੇਸ਼ੱਕ ਨਹੀਂ ਜੁੜੀ, ਮਨ ਬੇਸ਼ੱਕ ਨਹੀਂ ਜੁੜਿਆ, ਪਰ 1 ਘੰਟਾ ਬਹੁਤ ਸਾਰੀਆਂ ਚੀਜ਼ਾਂ ਤੋਂ ਬਚ ਗਏ। 1 ਘੰਟਾ ਸਰੀਰ ਤਾਂ ਟਿਕ ਗਿਆ ਨਾ, ਨਹੀਂ ਤਾਂ ਟਿਕਦਾ ਕਿੱਥੇ? ਟਿਕਦਾ ਜੀ ਕਿਤੇ ਨਹੀਂ ਟਿਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਸਾਨੂੰ ਸਮਝਾਉਣ ਲੱਗੇ, ਭਾਈ ਗੁਰਸਿੱਖਾ ਉਸ ਪਰਮਾਤਮਾ ਦੀ ਬੰਦਗੀ ਵਿੱਚ ਲੱਗ। ਜਿੰਨਾ ਚਿਰ ਤੂੰ ਸਤਸੰਗਤ ਵਿੱਚ ਬੈਠ ਕੇ ਨਾਮ ਦੀ ਗੱਲ ਸੁਣੇਗਾ, ਨਾਮ ਦੀ ਗੱਲ ਕਰੇਗਾ, ਨਾਮ ਦੀ ਗੱਲ ਹੋਵੇਗੀ, ਉਹਨਾਂ ਚਿਰ ਤਾਂ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਇਸ ਨੂੰ ਗੁਰਬਾਣੀ ਨੇ ਪਤਾ ਕਿਵੇਂ ਲਿਖਿਆ? ਸਤਿਗੁਰ ਕਹਿੰਦੇ, ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ। ਸੋਏ ਦਾ ਅਰਥ ਹੁੰਦਾ ਖਬਰ। ਮਹਾਰਾਜ ਕਹਿੰਦੇ ਜਦੋਂ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਖਬਰ ਸੁਣਦਾ, ਮੇਰਾ ਤਨ ਅਤੇ ਮੇਰਾ ਮਨ, ਮੋਲਾ ਦਾ ਅਰਥ ਹੁੰਦਾ ਖਿੜ ਜਾਂਦਾ। ਕੁਝ ਸਮਾਂ ਲਈ ਸਹੀ, ਵੀ ਪੂਰਾ ਦਿਨ ਨਹੀਂ ਖੇੜੇ 'ਚ ਰਹਿ ਸਕਦੇ, ਪੂਰਾ ਦਿਨ ਨਹੀਂ ਹੱਸ ਸਕਦੇ, ਆਨੰਦ ਨਹੀਂ ਲੈ ਸਕਦੇ, ਚਲੋ ਕੁਝ ਸਮਾਂ ਸਹੀ ਉਹਦੀ ਖਬਰ ਸੁਣੀ ਰੱਬ ਦੀ, ਤਾਂ ਮਹਾਰਾਜ ਕਹਿੰਦੇ ਮੇਰਾ ਤਨ ਮਨ ਖਿੜ ਗਿਆ। ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ, ਨਾਮ ਜਪੰਦੜੀ ਲਾਲੀ, ਉਹਦੇ ਨਾਮ ਨੂੰ ਜਪਿਆ, ਲਾਲੀ ਚੜ੍ਹ ਗਈ। ਮੈਂ ਬੇਨਤੀ ਕਰਾਂ, ਰੱਬ ਨਹੀਂ ਮਿਲਿਆ ਕੋਈ ਗੱਲ ਨਹੀਂ, ਉਹਦੀ ਖਬਰ ਸੁਣੀ, ਥੋੜ੍ਹੀ ਦੇਰ ਦਾ ਖੇੜਾ ਹੀ ਸਹੀ, ਉਹਦਾ ਨਾਮ ਜਪਿਆ, ਥੋੜ੍ਹੀ ਦੇਰ ਦੀ ਲਾਲੀ ਸਹੀ, ਪੂਰੀ ਜ਼ਿੰਦਗੀ ਨਹੀਂ ਲਾਲੀ ਚੜ੍ਹ ਸਕੀ, ਲਾਲ ਰੰਗ ਪੂਰੀ ਜ਼ਿੰਦਗੀ ਵਾਸਤੇ ਨਹੀਂ ਲੱਗ ਸਕਿਆ, ਕੋਈ ਨਹੀਂ ਸਿਖਾ, ਕੁਝ ਸਮਾਂ ਲਈ ਤੇ ਕਿਰਪਾ ਬਣ ਗਈ। ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਮੈਂ ਘਰ ਤੋਂ ਗੁਰਦੁਆਰੇ ਵੱਲ ਤੁਰਿਆ ਤਾਂ ਮੇਰੇ ਅੰਦਰ ਠੰਡ ਪੈਦਾ ਹੋਈ। ਜਿਵੇਂ ਜਿਵੇਂ ਮੈਂ ਨੇੜੇ ਆਉਂਦਾ ਗਿਆ, ਮੈਨੂੰ ਅੰਦਰ ਅਹਿਸਾਸ ਹੋ ਗਿਆ ਗੁਰਦੁਆਰਾ ਆ ਗਿਆ, ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਿਆ।
ਅੰਦਰ ਕਿਵੇਂ ਅਹਿਸਾਸ ਹੁੰਦਾ ਸਾਨੂੰ ਜਦੋਂ ਅਸੀਂ ਗੁਰਦੁਆਰੇ ਵੱਲ ਆਉਂਦੇ ਵੀ ਹਾਂ ਹੁਣ ਨੇੜੇ ਆ ਗਏ, ਹੁਣ ਮੱਥਾ ਟੇਕਾਂਗੇ, ਮਹਾਰਾਜ ਜੀ ਨੂੰ ਜਾ ਕੇ ਮਿਲਾਂਗੇ, ਸਤਸੰਗਤ ਵਿੱਚ ਜਾ ਕੇ ਬੈਠਾਂਗੇ। ਪੰਧ ਜੁਲੰਧੜੀ ਮੇਰਾ ਅੰਦਰ ਠੰਡਾ ਤੇ ਗੁਰਦਰਸ਼ਨ ਦੇਖ ਨਿਹਾਲੀ। ਜਦੋਂ ਗੁਰੂ ਦੇ ਦਰਸ਼ਨ ਆ ਕੇ ਕੀਤੇ ਨਿਹਾਲੋ ਨਿਹਾਲ ਹੋ ਗਏ। ਉਸ ਵੇਲੇ ਤਾਂ ਨਿਹਾਲ ਹੋ ਗਏ ਨਾ, ਨਹੀਂ ਪ੍ਰਭੂ ਦਾ ਮਿਲਾਪ ਹਾਸਲ ਹੋਇਆ, ਪਰ ਉਤਨੇ ਸਮੇਂ ਦੀ ਸੰਗਤ ਵਿੱਚ ਕਿਤਨਾ ਕੁਛ ਮਿਲ ਗਿਆ। ਤਨ ਮਨ ਖਿੜ ਗਿਆ ਹੈ ਜੀ। ਨਾਮ ਦੀ ਗੱਲ ਹੋਈ, ਚਾਹ ਚੜ ਗਿਆ, ਰਸਤੇ ਤੇ ਤੁਰ ਗਏ ਤਾਂ ਜੋ ਅੰਦਰ ਠੰਡਕ ਪੈਦਾ ਹੋਈ ਤੇ ਗੁਰੂ ਦੇ ਆ ਕੇ ਦੀਦਾਰ ਕਰ ਲਏ ਤਾਂ ਪਿਆਰ ਵਾਲਿਓ ਨਿਹਾਲ ਹੋ ਗਏ। ਚਲੋ ਕੁਝ ਸਮਝ ਲਈ ਸਹੀ। ਜਿਵੇਂ ਬਰਸਾਤ ਹੁੰਦੀ ਹੈ, ਗਰਮੀਆਂ ਵਿੱਚ ਬਰਸਾਤ ਹੋਵੇ ਤੇ ਘਾਹ ਸੁੱਕ ਜਾਂਦੀ ਹੈ, ਪਰ ਇੱਕ ਬਰਸਾਤ ਹੋਵੇ ਤੇ ਕੁਝ ਸਮਾਂ ਵਾਸਤੇ ਬਨਸਪਤੀ ਦੇ ਪੱਤੇ ਖੜ ਜਾਂਦੇ। ਕੁਝ ਸਮਾਂ ਲਈ ਸਹੀ, ਗੱਲ ਤੇ ਬਣੀ ਨਾ ਕੁਛ। ਨਾ ਬਰਸਾਤ ਪੈਂਦੀ ਤੇ ਉਹਨੇ ਸੁੱਕ ਜਾਣਾ ਸੀ ਬਨਸਪਤੀ ਨੇ, ਪਰ ਥੋੜ੍ਹਾ ਤਾਂ ਆਸਰਾ ਮਿਲਿਆ ਨਾ। ਸਤਸੰਗਤ ਥੋੜ੍ਹਾ ਥੋੜ੍ਹਾ ਆਸਰਾ ਜੇ ਅਸੀਂ ਤੱਕਦੇ ਰਹੀਏ ਨਾ ਤਾਂ ਜੀਵਨ 'ਚ ਸਾਡੇ ਬਦਲਾਵ ਆਉਂਦਾ ਹੈ। ਫਿਰ ਭਗਤ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਨੇ ਤੇਰੀ ਗਲੇ ਤੋਕ ਪਗ ਵੇਰੀ ਹੈ ਜਿੰਦੇ, ਕਹਿੰਦੇ ਤੇਰੇ ਗਲੇ ਵਿੱਚ ਮੋਹ ਦਾ ਪੱਟਾ ਤੇ ਤੋਕ ਪਗ ਵੇਰੀ, ਤੇਰੇ ਪੈਰਾਂ ਵਿੱਚ ਆਸਾ ਦੀਆਂ ਬੇੜੀਆਂ ਹੋਣ ਕਰਕੇ ਅਸੀਂ ਆਏ ਤਾਂ ਹਾਂ ਗੁਰਦੁਆਰੇ ਗੁਰੂ ਦੇ ਦਰ 'ਤੇ, ਪਰ ਪਿਆਰ ਵਾਲਿਓ ਗੱਲ ਪਤਾ ਕੀ, ਗਲੇ ਵਿੱਚ ਮੋਹ ਦਾ ਪੱਟਾ ਪਿਆ ਹੋਇਆ, ਪੈਰਾਂ ਦੇ ਵਿੱਚ ਆਸਾ ਦੀਆਂ ਬੇੜੀਆਂ ਪਈਆਂ ਹੋਈਆਂ, ਜਿਹਨੂੰ ਮਹਾਰਾਜ ਕਹਿੰਦੇ ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ। ਜਿਤਨੇ ਔਗੁਣ ਨੇ ਸਾਰੀਆਂ ਹੱਥਕੜੀਆਂ ਪਈਆਂ ਹੋਈਆਂ, ਸਾਡੇ ਪੈਰਾਂ ਨੂੰ ਉਹ ਬੇੜੀਆਂ ਪਈਆਂ, ਅੱਗੇ ਚੱਲਣ ਨਹੀਂ ਦੇਣੀਆਂ। ਅਸੀਂ ਤੁਰਨਾ ਚਾਹੁੰਦੇ ਅੱਗੇ, ਤੇ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਇਸ ਕਰਕੇ ਹੇ ਜਿੰਦੇ ਤੂੰ ਅੱਗੇ ਤੁਰਨਾ ਤਾਂ ਚਾਹੁੰਦੀ ਹੈ, ਪਰ ਤੇਰੇ ਗਲੇ ਵਿੱਚ ਉਹ ਪੱਟਾ ਪਿਆ ਜਿਹੜਾ ਮੋਹ ਦਾ, ਮਮਤਾ ਦਾ, ਜਿਹਨੂੰ ਮਾਰ ਕਹਿੰਦੇ ਮਾਇਆ ਮਮਤਾ ਮੋਹਣੀ। ਮੇਰਾ ਪੁੱਤਰ, ਮੇਰੀ ਧੀ, ਮੇਰਾ ਘਰ, ਮੇਰਾ ਧਨ, ਮੇਰੇ ਪਦਾਰਥ, ਮੇਰਾ ਰੂਪ, ਮੇਰਾ ਰੰਗ, ਇਹ ਮੋਹ ਦਾ ਪੱਟਾ ਪਿਆ, ਸਾਨੂੰ ਅੱਗੇ ਨਹੀਂ ਜਾਣ ਦਿੰਦਾ। ਸਾਡੇ ਜਿਹੜੇ ਔਗੁਣ ਨੇ ਉਹ ਸਾਡੇ ਪੈਰਾਂ ਵਿੱਚ ਜੰਜੀਰਾਂ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ, ਪੈਰ ਅੱਗੇ ਵਧਣਾ ਚਾਹੁੰਦੇ। ਕਈ ਵਾਰੀ ਕਹਿੰਦੇ ਲੋਕ ਵੀ ਸਤਸੰਗਤ ਵਿੱਚ ਆ ਕੇ ਗੱਲ ਨਹੀਂ ਬਣਦੀ। ਚਾਣਕ ਨੇ ਬੜੀ ਸੋਹਣੀ ਗੱਲ ਆਪਣੇ ਗ੍ਰੰਥ 'ਚ ਲਿਖੀ। ਚਾਣਕ ਲਿਖਦਾ, ਕਹਿੰਦੇ ਕੁਛ ਬੰਦੇ ਇੱਕ ਨਗਰ ਤੋਂ ਦੂਜੇ ਨਗਰ ਗਏ, ਨਦੀ ਸੀ ਵਿਚਕਾਰ, ਪਾਰ ਕਰਕੇ ਦੂਜੇ ਨਗਰ 'ਚ ਗਏ। ਉੱਥੇ ਪਹੁੰਚੇ, ਦਿਨ ਦੇ ਵਿੱਚ ਮੱਲਾ ਸੀ, ਉਸਨੇ ਨਦੀ ਪਾਰ ਕਰਾ ਦਿੱਤੀ। ਸ਼ਾਮ ਹੋ ਗਈ, ਨਸ਼ੇ ਕਰ ਲਏ। ਜਦੋਂ ਉਹ ਬੰਦੇ ਆਪਣੇ ਨਗਰ ਆਉਣ ਲੱਗੇ, ਅੱਧੀ ਰਾਤ ਹੋ ਗਈ, ਨਸ਼ੇ ਕਰਦੇ ਰਹੇ। ਫਿਰ ਇੱਕ ਦੂਜੇ ਨੇ ਇੱਕ ਦੂਜੇ ਨੂੰ ਕਿਹਾ ਚਲੋ ਪਿੰਡ ਚੱਲੀਏ, ਘਰ ਚੱਲੀਏ, ਘਰ ਪਹੁੰਚੀਏ। ਬਹੁਤ ਟਾਈਮ ਲੰਘ ਗਿਆ ਆਪਣਾ ਤੇ ਪਤਾ ਨਹੀਂ ਚੱਲਿਆ ਨਸ਼ੇ ਕਰਦੇ ਹੋਏ। ਕਹਿੰਦੇ ਜਦੋਂ ਨਦੀ ਦੇ ਕਿਨਾਰੇ ਆਏ ਤੇ ਉਹਨਾਂ ਨੇ ਕਿਹਾ ਵੀ ਮੱਲਾ ਨਹੀਂ ਹੈ। ਹੁਣ ਇੱਕ ਦੂਜੇ ਨੂੰ ਕਿਹਾ ਮੱਲਾ ਕੀ ਕਰਦਾ, ਛੱਡ ਪਰੇ, ਮੱਲਾ ਦਾ ਕੀ ਕਰਨਾ। ਉਸਨੇ ਵੀ ਤਾਂ ਚੱਪੂ ਹੀ ਮਾਰਨੇ ਨੇ, ਆਪਾਂ ਮਾਰ ਲਵਾਂਗੇ, ਉਹ ਵੀ ਤਾਂ ਬੰਦਾ ਹੀ ਹੈ, ਸਾਡੇ ਵਰਗਾ ਹੀ ਹੈ, ਉਸਨੇ ਕੀ ਕਰਨਾ। ਕੋਈ ਗੱਲ ਨਹੀਂ, ਬੇੜੀ ਤਾਂ ਹੈਗੀ ਨਾ। ਉਹ ਬੇੜੀ ਵਿੱਚ ਸਵਾਰ ਹੋ ਗਏ, ਹੱਥਾਂ ਵਿੱਚ ਚੱਪੂ ਫੜ ਲਏ, ਪੂਰੀ ਰਾਤ ਚੱਪੂ ਮਾਰਦੇ ਰਹੇ। ਨਸ਼ੇ ਟੁੱਟ ਗਏ, ਸਵੇਰੇ ਦਿਨ ਚੜ੍ਹਨ ਵਾਲਾ ਹੈ, ਨਸ਼ੇ ਟੁੱਟੇ ਤਾਂ ਇੱਕ ਦੂਜੇ ਨੂੰ ਪੁੱਛਦੇ ਨੇ, ਮਿੱਤਰਾ ਆਪਾਂ ਕਿੱਥੇ ਪੁੱਜ ਗਏ ਹਾਂ। ਹੱਥ ਦੁਖਣ ਲੱਗੇ, ਸਰੀਰ ਟੁੱਟ ਗਿਆ, ਪੂਰੀ ਰਾਤ ਹੋ ਗਈ ਮਿਹਨਤ ਕਰਦੇ ਹਾਂ। ਜਿਹਨੂੰ ਹੋਸ਼ ਆਈ ਜੀ ਕਰਨ ਲੱਗਾ ਆਪਾਂ ਕਿਤੇ ਵੀ ਨਹੀਂ ਪਹੁੰਚੇ। ਕਹਿੰਦੇ ਕਿਉਂ? ਕਹਿੰਦੇ ਅਸਲ ਵਿੱਚ ਬੇੜੀ ਸੰਗਨਾਂ ਨਾਲ ਵੱਜੀ ਹੋਈ ਸੀ, ਉਹ ਤੇ ਖੋਲ੍ਹਣਾ ਹੀ ਭੁੱਲ ਗਏ ਆਪਾਂ। ਉਚਾਰਨ ਕਰੋ ਸਤਿਨਾਮ। ਬੇੜੀ ਔਗੁਣਾਂ ਦੇ ਸੰਗਨਾਂ ਨਾਲ ਬੰਨੀ ਹੋਈ ਹੈ, ਦਾਨ ਦੇ, ਪੁੰਨ ਦੇ, ਸੇਵਾ ਦੇ, ਸਿਮਰਨ ਦੇ, ਨਾਮ ਸਿਮਰਨ ਦੇ, ਭਜਨ ਬੰਦਗੀ ਦੇ ਚਾਪੂ ਮਾਰੀ ਜਾ ਰਹੇ ਹਾਂ, ਪਰ ਬੇੜੀ ਔਗੁਣਾਂ ਦੇ ਨਾਲ ਬੰਨੀ ਹੋਈ ਹੈ, ਅੱਗੇ ਜਾ ਹੀ ਨਹੀਂ ਰਹੀ ਹੈ। ਚਾਣਕ ਲਿਖਦਾ ਹੈ, ਕਹਿੰਦੇ ਉਹ ਕਹਿੰਦੇ ਵੀ ਬੇੜੀ ਕਿੱਥੇ ਪਹੁੰਚ ਗਈ, ਆਪਾਂ ਕਿੱਥੇ ਪਹੁੰਚ ਗਏ ਹਾਂ। ਦਿਨ ਚੜ੍ਹਨ ਵਾਲਾ ਹੈ,
ਤੇ ਜਿਹਨੂੰ ਹੋਸ਼ ਆਈ ਸੀ, ਜਿਹਦਾ ਨਸ਼ਾ ਟੁੱਟਿਆ ਸੀ, ਕਹਿਣ ਲੱਗਾ ਆਪਾਂ ਕਿਤੇ ਵੀ ਨਹੀਂ ਪਹੁੰਚੇ। ਕਹਿੰਦੇ ਕਾਰਨ ਕੀ ਬਣਿਆ? ਕਹਿੰਦੇ ਆਪਾਂ ਨੇ ਚਾਪੂ ਤੇ ਮਾਰੇ, ਮਿਹਨਤ ਤਾਂ ਪੂਰੀ ਕੀਤੀ, ਪਰ ਜੋ ਆਪਾਂ ਬੇੜੀ ਨੂੰ ਸੰਗਲ ਨਾਲ ਨਹੀਂ ਖੋਲ੍ਹਿਆ, ਜਿਸ ਸੰਗਲ ਦੇ ਨਾਲ ਬੇੜੀ ਬੰਨੀ ਹੋਈ ਸੀ ਉਹ ਤਾਂ ਖੋਲ੍ਹਣਾ ਹੀ ਭੁੱਲ ਗਏ। ਬਸ ਇਸ ਤਰ੍ਹਾਂ ਚਾਪੂ ਮਾਰਦੇ ਰਹੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰੇ ਜੀਵਨ 'ਚ ਕੀ ਹੋ ਰਿਹਾ? ਤੇਰੇ ਗਲੇ ਤੋਗ ਭਗਵੇਰੀ, ਤੇਰੇ ਗਲੇ ਵਿੱਚ ਮੋਹ ਦਾ ਪੱਟਾ ਪਿਆ ਹੋਇਆ ਔਰ ਤੇਰੇ ਪੈਰਾਂ ਦੇ ਵਿੱਚ ਆਸਾ ਦੀਆਂ ਬੇੜੀਆਂ ਪਈਆਂ ਹੋਈਆਂ। ਤੂੰ ਧਰਮ ਕਰਮ ਸਾਰੇ ਕੰਮ ਕਰ ਰਿਹਾ। ਫਿਰ ਕਹਿਣ ਲੱਗੇ ਤੂੰ ਘਰ ਘਰ ਰਮਈਆ ਫੇਰੀ। ਤੈਨੂੰ ਇਹ ਵੀ ਨਹੀਂ ਪਤਾ ਕਿ ਪਰਮਾਤਮਾ ਨੇ ਘਰ ਘਰ ਪਾਓ ਕਈ ਜੁਗਨਾਂ ਵਿੱਚ ਤੈਨੂੰ ਫਿਰਾਇਆ ਹੋਇਆ, ਤੈਨੂੰ ਉਹ ਵੀ ਭੁੱਲ ਗਿਆ ਵੀ ਤੂੰ ਪਹਿਲਾਂ ਕਈ ਜੂਨਾਂ 'ਚ ਫਿਰ ਕੇ ਆਇਆ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈ ਵਰ ਵਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰਨ ਕਾਲ ਇਹ ਦੇਹ ਸੰਜਰੀਆ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਕਰ ਉਪਾਇਆ, ਲੱਖ 84 ਜੋਨ ਪਰਮਾਇਆ। ਤੈਨੂੰ ਇਹੀ ਯਾਦ ਨਹੀਂ ਰਿਹਾ, ਤੂੰ ਕਈ ਘਰ ਪਾਓ ਕਈ ਜੂਨਾਂ ਦੇ ਵਿੱਚ ਫਿਰਦਾ ਰਿਹਾ। ਪਹਿਲਾਂ ਪਰਮਾਤਮਾ ਨੇ ਤੈਨੂੰ ਬੜਾ ਫਿਰਾਇਆ ਸੰਸਾਰ ਦੇ ਵਿੱਚ, ਤੂੰ ਇੱਥੇ ਆ ਕੇ ਫਿਰ ਫਸ ਗਿਆ। ਅੱਗੇ ਤਾਂ ਕਈ ਜੂਨਾਂ ਵਿੱਚ ਭਟਕ ਕੇ ਆਇਆ, ਉੱਥੇ ਫਿਰਦਾ ਹੀ ਰਿਹਾ ਤੂੰ ਮੋਹ ਦੇ ਵਿੱਚ, ਤੇ ਤੇਰੇ ਬੰਦਰਾਂ ਵਿੱਚ ਹੱਥਕੜੀ ਬੇੜੀਆਂ ਸਨ। ਮੈਂ ਉਦਾਹਰਨ ਇੱਕ ਦਿੰਦਾ ਹੁੰਦਾ। ਇੱਕ ਨਾ ਇਹ ਸਮਝੋ ਕਿ 84 ਲੱਖ ਜੂਨਾਂ ਦਾ ਇੱਕ ਮਹਿਲ ਹੈ ਪਰਮਾਤਮਾ ਰਾਜੇ ਦਾ। ਉਸਦੇ ਸਾਰੇ ਦਰਵਾਜ਼ੇ ਬੰਦ ਨੇ, ਇੱਕੋ ਦਰਵਾਜ਼ਾ ਖੁੱਲ੍ਹਾ ਹੋਇਆ। ਬੰਦਾ ਉਸ ਮਹਿਲ 'ਚੋਂ ਬਾਹਰ ਨਿਕਲਣਾ ਚਾਹੁੰਦਾ ਹੈ। 84 ਲੱਖ ਜੂਨਾਂ ਕੀ ਹੈ? ਇੱਕ ਮਹਿਲ ਦੇ ਵਿੱਚ ਬੰਦਾ ਕੈਦ ਹੈ, ਉਸ ਕੈਦ 'ਚੋਂ ਬਾਹਰ ਹੋਣਾ ਚਾਹੁੰਦਾ ਹੈ। ਇਹ ਹਰ ਇੱਕ ਜੂਨ ਵਿੱਚ ਜਾ ਕੇ ਹਰ ਇੱਕ ਦਰਵਾਜ਼ੇ 'ਤੇ ਦਸਤਕ ਦਿੰਦਾ, ਮੈਂ ਬਾਹਰ ਨਿਕਲਾਂ, ਪਰ ਦਰਵਾਜ਼ਾ ਬੰਦ, ਨਿਕਲ ਹੀ ਨਹੀਂ ਪਾਉਂਦਾ। ਇੱਕੋ ਹੀ ਦਰਵਾਜ਼ਾ ਖੁੱਲ੍ਹਿਆ ਹੋਇਆ। ਇਹ ਕੀ ਕਰਦਾ? ਸਾਰੇ ਦਰਵਾਜ਼ਿਆਂ 'ਤੇ ਜਾਂਦਾ, ਸਾਰੀਆਂ ਜੂਨਾਂ 'ਚ ਜਾਂਦਾ। ਇਹ ਜਦੋਂ ਆਖਿਰਲੇ ਦਰਵਾਜ਼ਾ ਹੁੰਦਾ ਹੈ, ਉਹਦੇ ਵਿੱਚ ਆ ਕੇ ਇਤਨਾ ਥੱਕ ਜਾਂਦਾ ਹੈ, ਇਤਨਾ ਮਾਇਆ ਦੇ ਮੋਹ ਵਿੱਚ ਗਲਤਾਨ ਹੋ ਜਾਂਦਾ ਹੈ, ਆਸਾਂ ਦੇ ਬੰਧਨਾਂ ਵਿੱਚ ਬਣ ਜਾਂਦਾ ਹੈ ਕਿ ਇਹ ਇਸ ਨੂੰ ਉਸ ਚੀਜ਼ ਦਾ ਹੀ ਧਿਆਨ ਰਹਿੰਦਾ, ਧਨ ਪਦਾਰਥ ਪਰਿਵਾਰ ਮੇਰ ਤੇਰ ਦਾ। ਅਤੇ ਉਸ ਧਿਆਨ ਦੇ ਵਿੱਚ ਹੀ ਉਹ ਦਰਵਾਜ਼ਾ ਜਦੋਂ ਖੁੱਲ੍ਹਿਆ ਆਉਂਦਾ, ਉੱਥੇ ਦਰਵਾਜ਼ੇ 'ਤੇ ਠੱਗ ਠੱਗ ਕਰਨੀ ਯਾਦ ਨਹੀਂ ਰਹਿੰਦੀ, ਉਸ ਦਰਵਾਜ਼ੇ ਤੋਂ ਅੱਗੇ ਲੰਘ ਜਾਂਦਾ। ਫਿਰ 84 ਲੱਖ ਜੂਨਾਂ ਦਾ ਗੇੜ। ਜੇ ਉੱਥੇ ਕਿਤੇ ਇਹ ਜਾਗ ਜਾਂਦਾ, ਮਾਇਆ ਮੋਹ ਦੇ ਸੰਗਲ ਖੋਲ੍ਹ ਲੈਂਦਾ, ਇਹ ਆਸਾ ਦੀਆਂ ਬੇੜੀਆਂ ਖੋਲ੍ਹ ਲੈਂਦਾ, ਕਿਤੇ ਸੋਚ ਲੈਂਦਾ ਮੈਂ ਇਤਨਾ ਲੰਬਾ ਸਫ਼ਰ ਕਰਕੇ ਤੁਰਿਆ, ਇੱਕ ਦਰਵਾਜ਼ਾ ਕਿਤੇ ਲੰਘ ਨਾ ਜਾਏ, ਇਹਨੂੰ ਚੇਤੇ ਹੀ ਨਹੀਂ ਰਿਹਾ ਉਹ ਦਰਵਾਜ਼ਾ ਜਿਸ ਥਣੀ ਬਾਹਰ ਆਉਣਾ ਸੀ, ਜਿੱਥੋਂ ਇਸ ਨੇ ਮੁਕਤ ਹੋਣਾ ਸੀ। ਇਹ ਮਨੁੱਖਾ ਜੀਵਨ ਹੀ ਮਿਲਿਆ ਸਾਨੂੰ, ਇਹੀ ਦਰਵਾਜ਼ਾ ਖੁੱਲ੍ਹਿਆ ਹੋਇਆ, ਬਾਕੀ ਸਾਰੇ ਹੀ ਬੰਦ ਨੇ, ਬਾਕੀ ਸਾਰੇ ਹੀ ਬੰਦ ਨੇ ਪਿਆਰਿਓ, ਹੋਰ ਕੋਈ ਖੁੱਲ੍ਹਿਆ ਨਹੀਂ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਤੂੰ ਅਜੋਹ ਨਾ ਚੇਤਸ ਚੇਰੀ। ਕਹਿੰਦੇ ਹੁਣ ਭਾਗਾਂ ਨਾਲ ਕਿਤੇ ਮਨੁੱਖਾ ਜਨਮ ਮਿਲਿਆ ਸੀ, ਹੁਣ ਵੀ ਤੂੰ ਉਸ ਪਰਮਾਤਮਾ ਨੂੰ ਹੇ ਜਿੰਦੇ ਯਾਦ ਨਹੀਂ ਕਰਦੀ। ਇਹ ਤਾਂ ਭਾਗਾਂ ਨਾਲ ਤੈਨੂੰ ਜਨਮ ਮਿਲ ਗਿਆ ਮਨੁੱਖਾ ਜੀਵਨ, ਹੁਣ ਵੀ ਯਾਦ ਨਹੀਂ ਕਰਦੀ, ਹੁਣ ਵੀ ਬਾਕੀ ਜੂਨਾਂ ਦੀ ਤਰ੍ਹਾਂ ਤੂੰ ਭਟਕ ਰਹੀ ਹੈ। ਫਿਰ ਅੱਗੇ ਬਚਨ ਕੀਤੇ, ਕਹਿਣ ਲੱਗੇ ਤੂੰ ਜਮ ਵਪਰੀ ਹੈ ਹੇਰੀ। ਹੇ ਭਾਗਹੀਨ, ਤੈਨੂੰ ਜਮਾਂ ਨੇ ਆਪਣੀ ਤੱਕ ਵਿੱਚ ਰੱਖਿਆ ਹੋਇਆ, ਭਾਉ ਮੌਤ ਆਦਿਕ ਤੇਰੇ ਆਲੇ ਦੁਆਲੇ ਹੈ। ਅਤੇ ਜਿਸ ਨਾਲ ਤੈਨੂੰ ਹੁਣ ਮੌਤ ਆ ਗਈ ਨਾ, ਮੌਤ ਇੱਕ ਗੱਲ ਯਾਦ ਰੱਖਣਾ, ਮੌਤ ਸਾਡਾ ਪਿੱਛਾ ਕਰ ਰਹੀ ਹੈ, ਸਾਨੂੰ ਪਤਾ ਨਹੀਂ ਹੈ। ਜਦੋਂ ਤੋਂ ਸੰਸਾਰ 'ਚ ਆਇਆ, ਮੌਤ ਸਾਡੇ ਪਿੱਛੇ ਹੈ। ਮੌਤ ਨੂੰ 3 ਚੀਜ਼ਾਂ ਨਹੀਂ ਲੱਭ ਰਹੀਆਂ, ਇੱਕ ਕਾਰਨ ਨਹੀਂ ਬਣ ਰਿਹਾ, ਇੱਕ ਉਹ ਸਮਾਂ ਅਤੇ ਇੱਕ ਉਹ ਥਾਂ। ਮੌਤ ਤਾਂ ਪਿੱਛਾ ਕਰਦੀ ਆ ਰਹੀ ਹੈ, ਉਹ 3 ਚੀਜ਼ਾਂ ਲੱਭਦੀ ਰਹਿੰਦੀ। ਜਿਸ ਦੇ ਨਾਲ ਉਹਨੂੰ 3 ਚੀਜ਼ਾਂ ਮਿਲ ਜਾਂਦੀਆਂ, ਉਹ ਮੌਕਾ ਆ ਜਾਏ, ਕਾਰਨ ਬਣ ਜਾਏ, ਉਹ ਸਮਾਂ ਆ ਜਾਏ ਅਤੇ ਉਹ ਥਾਂ ਮਿਲ ਜਾਏ ਜਿੱਥੇ ਲਿਖੀ ਹੋਈ ਹੈ, ਮੌਤ ਉਸ ਵੇਲੇ ਆਪਣੀ ਗਲਵੱਕੜੀ ਵਿੱਚ ਬੰਦੇ ਨੂੰ ਲੈ ਲੈਂਦੀ ਹੈ। ਬੰਦੇ ਨੂੰ ਇਸ ਗੱਲ ਦੀ ਸੋਝੀ ਨਹੀਂ ਹੈ, ਇਸ ਗੱਲ ਦਾ ਗਿਆਨ ਹੀ ਨਹੀਂ ਹੈ।
इस करके भगत जी कहते तू जम वपरी है हेरी है भागिन, तैनू जमा ने अपने तक विच रखा होया है। और कि मौत आया फिर पता नहीं कितने लंबे गेड़े तैनू पै जाणगे, फिर दोबारा तैनू कितनी लंबी यात्रा करनी पेगी, तू हुण क्यों नहीं चेते करदी रब नूं। फिर अगे वचन कीते, भगत जी कहन लगे प्रभ करन करा बनहारी, क्या चेरी हाथ विचारी। सब कुछ करन कराउण वाला प्रभु आप ही है। क्या चेरी हाथ विचारी, इस विचारी जिंदे हत्थ विच की है, इस दे वस की है, साढ़े बस है भी की वैसे। सोई सोई जागी जित लागी तित लागी। ये कई जन्मां तो सुती हुई जिंद तदों ही जागदी है जदों वो आप जगाउंदा है। असी आप नहीं जग सकते। एक शब्द तुसीं पढ़दे हो, उमकियो हियो मिलन प्रभ ताई, खोजत चरियो देखो पर जाई। इस शब्द दे विच महाराज कहंदे धन सुती पर सद जागनता, कहंदे धन जागै जे फिर बोलनता। ये जाग सकती है जे पति परमात्मा इस दे नाल बोले नूं जगाए। कहंदे भई निराशी बहुत दिन लागे, निराश हो गई, कहंदे बड़े दिन हो गए खसम ने जगाया ही नहीं। कहंदे देश दसंतर में सगले झागे, मैं चारे पासे लभ के आ गई, कहंदे मैं झक मार के आ गई पर खेड़ बनी नहीं कोई। जदों वो जगांदा है ना ताई ये जिंद कबीर साहब कहते जाग सकती। इस विचारी जिंद दे बस भी की है, कहते कई जन्मां की सुती हुई है। कहते जदों वो परमात्मा इसनूं जगाउंदा है आप, ये जाग जाती है। जित लागी तित लागी, क्योंकि जिधर वो इसनूं लाउंदा है उधर ही ये विचारी लग जाती है जीव आत्मा। इन्हां बचनां दा अंदरला भाव पता की है, जिहड़े लोग रूहानी पद्धर ते अपने जीवन में कुछ अगे वधे, रूहानीयत के नेड़े होए, उन्होंने ज्ञान दिता कि हंकार ना कर लियो, असी आप लगे हाँ। उच्चारण करो सतनाम वाहिगुरु जी ने लाया है। जिहड़े सत्संगत करते हैं उन्होंने समझ आया कि हंकार ना करो, असी चंगे, बाकी तो सत्संगत आउंदे ही कोई नहीं, असी आउंदे। किते हंकार ना कर लियो, गुमान ना कर लियो। किते तुसीं जदों रहराज साहब का पाठ सुनते हो ना, रामदास महाराज ने उत्थे आख्या, कहते जो सतगुरु सरन संगत नहीं आए त्रिग जीवे त्रिग जीवास। पर अगले वचन कीते, जिन सतगुरु संगत पाई तिन धुर मस्तक लिखिया लिखास। वाहिगुरु जी ने कृपा कर दी, तेरे मत्थे ते भागां च तैनूं सत्संगत लिख दी। तेरी चलाकी नहीं है, तेरी कोई सियाणप नहीं है, तेरा कोई उद्यम नहीं भी तू सत्संगत विच आके बह गया तो गुरु साहब ने तेरे उत्ते तरस कर दिता। जित लागी तित लागी। फिर कहना चेरी तै सुमत कहाँ ते पाई। हुण जदों ये जीव आत्मा परमेश्वर नाल जुड़ गई, सत्संगत विच आ गई, तां कहंदे ने उसदी मेहर नाल जागी हुई जिंद नूं जिग्यासु जिंद पुछदी है, जिहदे अंदर जिग्यासा है। देखो धार्मिक जीवन दीयां चार पौड़ियां, सब तो पहला है जिग्यासा, फिर है साधु, फिर है संत, फिर अवतार। जिग्यासु दे अंदर जिग्यासा पैदा हुई, साधु का अर्थ है जिन्हें साधना वल चल पिया, संत है जिहड़ा साधना पूरी कर चुके, अवतार है जिहड़ा इन्हां तो उपर है। हुण जिग्यासु जिंद एक गल पुछदी है, चेरी तै सुमत कहाँ ते पाई। हे भागा वालीए, जिंदे तैनूं कित्थों ये सुमत प्राप्त हुई भी तुस परमात्मा नाल जुड़ गई। तैनूं कित्थों सुमत प्राप्त हुई है। कहंदे जाते भ्रम की लीक मिटाई। कहंदे जिस दी बरकत नाल तेरे संस्कार पुराने जिहड़े सन, भटकना जिहड़ी सी वो मिट गई, जो तैनूं भटकण दे विच ला के रखदी सी, तैनूं ये सुमत कित्थों मिली, ये गल दस दे तूं। जिवें आपां कई वारी की हुंदा है, मन लो कि एक भैन है, वो दूजी नूं पुछदी है, भैन सूट बड़ा सोहना पाया, कित्थों लैके आईयां, किहड़ी दुकान है वो। ते दूजी भैन दा जी फलानी दुकान ते लिआंदा। इस तरह जिंद जिहड़ी जिग्यासु जीव इस्तरी वो पुछदी है, जिसने अपने जीवन चों भटकना मुका लई, पुराने जिहड़े संस्कार बन चुके सी उन्हां नूं खत्म कर लिया। है बड़ा औखा, संस्कार जिहड़े बन जांदे ने वो साडीआं आदतां बन जांदियां।
ਤੇ ਉਹ ਭਟਕਣਾ ਵਿੱਚ ਸਾਨੂੰ ਪਾਈ ਰੱਖਦੀਆਂ, ਉਹ ਮਿਟਦੀਆਂ ਨਹੀਂ ਛੇਤੀ ਕਰਕੇ। ਆਦਤਾਂ ਨਾ ਜਿਹੜੀਆਂ ਜਾਣੀਆਂ ਨਹੀਂ, ਆਦਤਾਂ ਨਾ ਜਾਣੀਆਂ ਭੁੱਲੇ ਸਾਹ ਭਾਵੇਂ ਕੱਟੀਏ ਪੂਰੀ ਪੂਰੀ। ਭਾਵੇਂ ਤੈਨੂੰ ਕੱਟ ਦਈਏ, ਇਹ ਆਦਤਾਂ ਛੇਤੀ ਕਰਕੇ ਜਾਣੀਆਂ ਨਹੀਂ, ਬੜੀ ਡਾਢੀਆਂ ਹੋ ਜਾਂਦੀਆਂ। ਆਦਤਾਂ ਕਿੱਥੇ ਜਾਂਦੀਆਂ ਬੰਦੇ ਦੀਆਂ, ਇਹ ਛੱਡਣੀਆਂ ਬੜੀਆਂ ਮੁਸ਼ਕਿਲ ਨੇ। ਭਗਤ ਜੀ ਇਸ ਕਰਕੇ ਸਾਨੂੰ ਕੋਈ ਗੱਲ ਸਮਝਾਉਣ ਲੱਗੇ, ਜਾਤੇ ਭਰਮ ਕੀ ਲੀਕ ਮਿਟਾਈ, ਵੀ ਜਿਸ ਦੀ ਬਰਕਤ ਦੇ ਨਾਲ ਸੰਸਕਾਰ ਮਿਟ ਗਏ। ਤੈਨੂੰ ਭਟਕਣਾ ਵਿੱਚ ਜਿਹੜੇ ਸੰਸਕਾਰ ਪਾਈ ਰੱਖਦੇ ਸਨ ਉਹ ਸਾਰੇ ਮਿਟ ਗਏ। ਕਿਵੇਂ ਮਿਟੇ? ਕਹਿੰਦੇ ਸੋ ਰਸ ਕਵੀ ਰਹਿ ਜਾਣਿਆ, ਅੱਗੋਂ ਜਾਗੀ ਹੋਈ ਜਿੰਦ ਉੱਤਰ ਦਿੰਦੀ ਹੈ, ਹੇ ਕਬੀਰ ਸਤਿਗੁਰ ਦੀ ਕਿਰਪਾ ਨਾਲ ਮੇਰੀ ਉਸ ਆਤਮਿਕ ਆਨੰਦ ਨਾਲ ਜਾਣ ਪਛਾਣ ਹੋ ਗਈ। ਜਿਹੜਾ ਆਤਮਿਕ ਆਨੰਦ ਕਹਿੰਦੇ ਰੱਬ ਦੇ ਪਿਆਰਿਆਂ ਕੋਲ ਹੈ, ਮੇਰੀ ਵੀ ਉਹਦੇ ਨਾਲ ਜਾਣ ਪਛਾਣ ਹੋ ਗਈ। ਸੋ ਰਸ ਕਵੀ ਰਹਿ ਜਾਣਿਆ, ਕਹਿੰਦੇ ਮੇਰੋ ਗੁਰ ਪ੍ਰਸਾਦ ਮਨ ਮਾਨਿਆ, ਮੇਰਾ ਮਨ ਉਸ ਵਿੱਚ ਪਰਚ ਗਿਆ। ਗੁਰੂ ਸਾਹਿਬ ਦੀ ਕਿਰਪਾ ਹੋ ਗਈ, ਕਿਰਪਾ ਦੇ ਨਾਲ ਮੇਰਾ ਆਤਮਿਕ ਆਨੰਦ ਨਾਲ ਜਾਣ ਪਛਾਣ ਹੋ ਗਈ। ਅੰਦਰ ਗੱਲਬਾਤ ਬਣ ਗਈ ਕਿ ਆਤਮਿਕ ਆਨੰਦ ਕੀ ਹੁੰਦਾ। ਮਾਫ਼ ਕਰਨਾ, ਅਸੀਂ ਤਾਂ ਕਹੀ ਜਾਂਦੇ ਚੜ੍ਹਦੀ ਕਲਾ ਆਨੰਦ, ਪਤਾ ਕੁਛ ਨਹੀਂ ਸਾਨੂੰ ਆਨੰਦ ਕੀ ਹੁੰਦਾ, ਚੜ੍ਹਦੀ ਕਲਾ ਕੀ ਹੁੰਦੀ ਹੈ। ਬਸ ਕਈ ਅੱਖਰਾਂ 'ਚ ਹੀ ਆ ਚੜ੍ਹਦੀ ਕਲਾ ਆਨੰਦ ਹੈ। ਸਾਰਿਆਂ ਨੂੰ ਕਹੀ ਜਾਂਦੇ ਬੜੀ ਕਿਰਪਾ ਹੈ ਜੀ, ਬੜਾ ਆਨੰਦ ਹੈ। 10 ਮਿੰਟ ਬੰਦਾ ਖੜਾ ਨਹੀਂ ਹੁੰਦਾ, ਫਿਰ ਸਾਰੇ ਆਨੰਦ ਖਤਮ ਹੋ ਜਾਂਦੇ ਉਹਦੇ। ਫਿਰ ਕਹਿੰਦਾ ਯਾਰ ਬੱਚਿਆਂ ਦੀ ਫੀਸਾਂ ਭਰਨੀਆਂ, ਇਹ ਕੰਮ ਕਰਨਾ, ਇਹ ਚੀਜ਼ ਨਹੀਂ, ਉਹ ਨਹੀਂ ਰਹੀ, ਉਹ ਚੀਜ਼ ਮੁੱਕ ਗਈ, ਕੰਮ ਨਹੀਂ ਚੱਲ ਰਿਹਾ, ਫਿਰ ਆਨੰਦ ਕਿੱਥੇ ਗਿਆ ਤੇਰਾ? ਹੁਣੇ ਤਾਂ ਕਹਿੰਦਾ ਸੀ ਬੜੀ ਕਿਰਪਾ, ਚੜ੍ਹਦੀ ਕਲਾ ਬੜੀ। ਬੰਦੇ ਕੋਲ ਖੜ੍ਹ ਕੇ ਵੇਖੋ 10 ਮਿੰਟ। ਮੇਰੇ ਕੋਲ ਤਾਂ ਕਈ ਕਿਉਂਕਿ ਸੰਗਤ ਆਉਂਦੀ ਹੈ ਅਤੇ ਕਈ ਵਾਰੀ ਗੱਲ ਕਰਕੇ ਜਾਂਦੀ ਹੈ, ਫਿਰ ਮੈਂ ਕਈ ਵਾਰੀ ਹੈਰਾਨ ਹੁੰਦਾ, ਪੁੱਛੀਏ ਕੀ ਹਾਲ ਹੈ? ਕਹਿੰਦੇ ਬੜਾ ਕਿਰਪਾ ਆਨੰਦ ਹੈ, ਬੜੀ ਚੜ੍ਹਦੀ ਕਲਾ। 10 ਮਿੰਟ ਖੜ੍ਹੇ ਹੋ ਕੇ ਫਿਰ ਆਪਣੇ ਸਾਰੇ ਦੁਖੜੇ ਰੋਣੇ ਸ਼ੁਰੂ ਕਰ ਦੇਣੇ। ਹੁਣ ਚੜ੍ਹਦੀ ਕਲਾ ਕਿੱਥੇ ਗਈ? ਚੜ੍ਹਦੀ ਕਲਾ ਅਰਥ ਕੀ ਹੈ? ਆਨੰਦ ਦਾ ਅਰਥ ਕੀ ਹੈ? ਠੀਕ ਠਾਕ ਦਾ ਅਰਥ ਕੀ ਹੈ? ਵੈਸੇ ਕਹਿੰਦੇ ਠੀਕ ਠਾਕ ਆ। ਚਲੋ ਸਮਾਜ ਵਧੇਰਾ ਹੋ ਗਿਆ, ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਸੋ ਇੱਥੇ ਭਗਤ ਕਬੀਰ ਸਾਹਿਬ ਸਾਨੂੰ ਇਹੀ ਸਮਝਾਉਣਾ ਚਾਹੁੰਦੇ ਹਾਂ ਕਿ ਆਪਾਂ ਪਰਮਾਤਮਾ ਦਾ ਸਿਮਰਨ ਕਰਕੇ ਪ੍ਰਭੂ ਦੇ ਨਾਲ ਆਪਣਾ ਮਿਲਾਪ ਕਰੀਏ, ਜਗਤ ਜੀਵਨ ਨੂੰ ਹਾਸਲ ਕਰੀਏ, ਤਾਂ ਕਿ ਸਾਡੇ ਜੀਵਨ ਵਿੱਚੋਂ ਇਹ ਜਿਹੜੀ ਭਟਕਨਾਵਾਂ ਨੇ, ਸਾਡੇ ਜੀਵਨ ਵਿੱਚੋਂ ਜਿਹੜੀਆਂ ਅੜੀਆਂ ਪਈਆਂ ਨੇ, ਔਰ ਜਿਹੜੀ ਮੋਹ ਦੀ ਇਹ ਸਾਡੇ ਜੀਵਨ ਵਿੱਚੋਂ ਪਕੜ ਹੈ, ਇਹ ਉਸਦੇ ਨਾਮ ਸਿਮਰਨ ਨਾਲ, ਉਹਦੇ ਨਾਲ ਜੁੜ ਕੇ ਹੀ ਮਿਟ ਸਕਦੀ ਹੈ। ਜਦੋਂ ਅਸੀਂ ਸਤਸੰਗਤ ਕਰਾਂਗੇ, ਗੁਰੂ ਸਾਹਿਬ ਜੀ ਦੀ ਕਿਰਪਾ ਹੋਏਗੀ, ਉਹ ਕਿਰਪਾ ਦੇ ਸਦਕਾ ਸਾਨੂੰ ਇਹ ਜੀਵਨ ਦੀ ਜਾਚ ਜਿਹੜੀ ਹੈ ਉਹ ਹਾਸਲ ਹੋ ਜਾਏਗੀ। ਔਰ ਜਿੰਨਾ ਸਾਨੂੰ ਜੀਵਨ ਜੀਉਣ ਦਾ ਸਲੀਕਾ ਅਤੇ ਤਰੀਕਾ ਆ ਗਿਆ, ਉਸ ਦੇ ਨਾਲ ਕਹਿ ਸਕਾਂਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ, ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ, ਆਇਆਂ ਨੂੰ ਇਹ ਧੰਨੇ ਬਚਨ ਪ੍ਰਵਾਨ। ਆਓ ਆਨੰਦ ਸਾਹਿਬ ਦਾ ਪਾਠ ਸਰਬਤ ਦੇ ਭਲੇ ਲਈ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।